कि ਜਦੋਂ ਵੀ ਸੁਰਿੰਦਰ ਛਿੰਦੇ ਦਾ ਕਿਤੇ ਅਖਾੜਾ ਲੱਗਦਾ ਹੁੰਦਾ ਸੀਗਾ ਤੇ ਉੱਥੇ ਸਾਰੇ ਪ੍ਰਬੰਧ ਜਿਹੜੇ ਸੀ ਉਹ ਧਨੀ ਰਾਮ ਹੀ ਕਰਦਾ ਹੁੰਦਾ ਸੀ। ਸੁਰਿੰਦਰ ਸੋਨੀਆ ਨਾਲ ਅਮਰ ਸਿੰਘ ਚਮਕੀਲੇ ਦਾ ਇਹ ਗੀਤ ਕੁੜਤੀ ਸਤਰੰਗ ਦੀ ਦੇ ਵਿੱਚ ਘੁੱਗੀਆਂ ਗਿਟਾਰਾਂ ਪਾਈਆਂ। ਮਰੂਤੀ ਗੱਡੀ ਦੇਖਣ ਨੂੰ ਬਹੁਤ ਸੋਹਣੀ ਹੈ, ਸੋਹਣੀ ਬਹੁਤ ਹੈ, ਕੰਜਰ ਦੀ ਹਲਕੀ ਇੰਨੀ ਹੈ ਦੀ ਜੋਰ ਨਾਲ ਚੁੰਮੀ ਰਹੇ ਤਾਂ ਵੀ ਜਿੱਪ ਪੈ ਜਾਂਦਾ। ਦੋਸਤੋ ਅਮਰ ਸਿੰਘ ਚਮਕੀਲਾ ਪੰਜਾਬ ਦਾ ਇੱਕ ਉਹ ਗਾਇਕ ਸੀਗਾ ਜਿਸ ਦੀ ਚਰਚਾ ਅੱਜ ਵੀ ਹੁੰਦੀ ਹੈ। ਅਮਰ ਸਿੰਘ ਚਮਕੀਲੇ ਦੇ ਗੀਤਾਂ ਨੂੰ ਅੱਜ ਵੀ ਲੋਕ ਬੜੀ ਸ਼ਿੱਦਤ ਨਾਲ ਸੁਣਦੇ ਆ। ਬੇਸ਼ੱਕ ਅਮਰ ਸਿੰਘ ਚਮਕੀਲਾ ਹੁਣ ਇਸ ਦੁਨੀਆ ਵਿੱਚ ਨਹੀਂ, ਪਰ ਉਹ ਆਪਣੇ ਗੀਤਾਂ ਦੀ ਵਜ੍ਹਾ ਕਰਕੇ ਅੱਜ ਵੀ ਲੋਕਾਂ ਵਿੱਚ ਓਨਾ ਹੀ ਹਰਮਨ ਪਿਆਰਾ ਆ ਜਿੰਨਾ ਉਸ ਵੇਲੇ ਸੀ। ਸ਼ਾਇਦ ਹੁਣ ਲੋਕ ਅਮਰ ਸਿੰਘ ਚਮਕੀਲੇ ਨੂੰ ਬਹੁਤ ਜ਼ਿਆਦਾ ਸੁਣਦੇ ਆ। ਅਮਰ ਸਿੰਘ ਚਮਕੀਲਾ ਉਹ ਗਾਇਕ ਸੀ ਜਿਸ ਦੇ ਇੱਕ ਇੱਕ ਦਿਨ ਦੇ ਵਿੱਚ ਇੰਨੇ ਕੁ ਅਖਾੜੇ ਲੱਗਦੇ ਹੁੰਦੇ ਸੀ ਕਿ ਜੇ ਮਹੀਨਿਆਂ ਦੇ ਹਿਸਾਬ 'ਤੇ ਗੱਲ ਕਰੀਏ ਤਾਂ ਮਹੀਨੇ ਦੇ 30 ਦਿਨ ਹੁੰਦੇ ਸੀ ਅਤੇ ਉਸ ਤੋਂ ਵੱਧ ਚਮਕੀਲੇ ਦੇ ਅਖਾੜੇ ਹੁੰਦੇ ਸੀ। ਇਹ ਚਮਕੀਲਾ ਇੰਨਾ ਮਸ਼ਹੂਰ ਕਿਉਂ ਹੋਇਆ ਅਤੇ ਫਿਰ ਉਸ ਜਵਾਨੀ ਦੀ ਉਮਰੇ ਉਹ ਕਿਉਂ ਮਾਰ ਦਿੱਤਾ ਗਿਆ? ਕਾਫੀ ਸਾਰੇ ਸਵਾਲ ਸਾਨੂੰ ਘੇਰ ਕੇ ਬੈਠੇ ਹੋਏ ਨੇ। ਹਜੇ ਵੀ ਉਹਦੀ ਮੌਤ ਇੱਕ ਰਾਜ ਬਣੀ ਹੋਈ ਆ। ਹਾਲੇ ਤੱਕ ਵੀ ਲੋਕਾਂ ਨੂੰ ਉਸ ਦੀ ਮੌਤ ਦੀ ਗੁੱਥੀ ਬਾਰੇ ਨਹੀਂ ਪਤਾ ਲੱਗਿਆ ਕਿ ਉਸ ਨੂੰ ਕਿਸ ਨੇ ਮਰਵਾਇਆ ਸੀਗਾ, ਕਿਸ ਤਰੀਕੇ ਆਪਣੀ ਜੀਵਨ ਸਾਥਣ ਅਮਰਜੋਤ ਕੌਰ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਅਮਰ ਸਿੰਘ ਚਮਕੀਲੇ ਦਾ ਜਨਮ ਬੇਹੱਦ ਗਰੀਬ ਪਰਿਵਾਰ ਵਿੱਚ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸਰਦਾਰ ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੇ ਵਿਹੜੇ 21 ਜੁਲਾਈ 1960 ਨੂੰ ਹੋਇਆ ਸੀ। ਭੈਣ ਭਰਾਵਾਂ ਵਿੱਚ ਸਭ ਤੋਂ ਛੋਟੇ ਤੇ ਲਾਡਲੇ ਪੁੱਤ ਦਾ ਮਾਪਿਆਂ ਨੇ ਨਾਂ ਧਨੀ ਰਾਮ ਰੱਖਿਆ ਸੀ। ਮਾਪਿਆਂ ਨੇ ਆਪਣੇ ਇਸ ਪੁੱਤ ਨੂੰ ਅਫਸਰ ਲੱਗਿਆਂ ਵੇਖਣ ਲਈ ਗੁੱਜਰ ਖਾਨ ਪ੍ਰਾਇਮਰੀ ਸਕੂਲ ਲੁਧਿਆਣਾ ਵਿਖੇ ਪੜ੍ਹਨ ਲਾ ਦਿੱਤਾ। ਘਰ ਦੀ ਮੰਦਹਾਲੀ ਕਾਰਨ ਧਨੀ ਰਾਮ ਨੂੰ ਪੜ੍ਹਨੋਂ ਹਟਾ ਕੇ ਬਿਜਲੀ ਦਾ ਕੰਮ ਸਿੱਖਣ ਲਾ ਦਿੱਤਾ। ਪਰ ਘਰ ਦੀ ਦਿਨ 'ਚ ਕਮਾ ਕੇ ਆਥਣੇ ਖਾਣ ਦੀ ਦਸ਼ਾ ਨੇ ਧਨੀ ਰਾਮ ਨੂੰ ਇਲੈਕਟ੍ਰੀਸ਼ੀਅਨ ਵੀ ਨਾ ਬਣ ਦਿੱਤਾ। ਆਪਣੇ ਘਰ ਦੀ ਹਾਲਤ ਦੇਖ ਕੇ ਧਨੀ ਰਾਮ ਲੁਧਿਆਣੇ ਕੱਪੜਾ ਫੈਕਟਰੀ ਵਿੱਚ ਦਿਹਾੜੀ ਕਰਨ ਲੱਗ ਪਿਆ। ਪਰ ਉਸ ਅੰਦਰ ਜੋ ਸੰਗੀਤ ਦਾ ਦਰਿਆ ਵਗਦਾ ਸੀ ਉਹ ਵਗਣ ਦੇ ਰਾਹ ਭਾਲਦਾ ਸੀ। ਦੋਸਤੋ ਜਦੋਂ ਧਨੀ ਰਾਮ ਲੁਧਿਆਣੇ ਦੀਆਂ ਫੈਕਟਰੀਆਂ ਵਿੱਚ ਕੰਮ ਕਰਦਾ ਸੀ ਨਾ ਤੇ ਉਸ ਵੇਲੇ ਸੁਰਿੰਦਰ ਛਿੰਦੇ ਦੀ ਤੂਤੀ ਬੋਲਦੀ ਸੀ। ਸੁਰਿੰਦਰ ਛਿੰਦੇ ਦਾ ਨਾਮ ਜਿਹੜਾ ਸੀਗਾ ਉਹ ਪੰਜਾਬੀ ਗਾਇਕੀ ਦੇ ਵਿੱਚ ਮੰਨਿਆ ਹੋਇਆ ਨਾਮ ਸੀ ਕਿਉਂਕਿ ਉਹ ਹਿੱਟ ਜਾ ਰਿਹਾ ਸੀਗਾ। ਤੇ ਫਿਰ ਇੱਕ ਦਿਨ ਉਹ ਵੀ ਆਇਆ ਕਿ ਜਦੋਂ ਚਮਕੀਲੇ ਦੇ ਅੰਦਰ ਰਿਹਾ ਜਿਹੜਾ ਉਹ ਗਾਇਕ ਸੀ, ਜਿਹੜਾ ਉਹ ਸੰਗੀਤਕਾਰ ਸੀ, ਜਿਹੜਾ ਉਹ ਗੀਤਕਾਰ ਸੀਗਾ, ਉਸ ਨੇ ਸਾਰੇ ਬੰਧਨ ਜਿਹੜੇ ਸੀਗੇ ਉਹ ਤੁੜਵਾ ਲਏ ਤੇ ਉਹ ਪਹੁੰਚ ਗਿਆ ਸੁਰਿੰਦਰ ਛਿੰਦਾ ਨੂੰ ਮਿਲਣ ਵਾਸਤੇ। ਸੁਰਿੰਦਰ ਛਿੰਦਾ ਚਮਕੀਲੇ ਨਾਲ ਆਪਣੀ ਪਹਿਲੀ ਮੁਲਾਕਾਤ ਬਾਰੇ ਇੰਜ ਦੱਸਦੇ ਨੇ ਕਿ ਮੈਂ ਆਪਣੇ ਇੱਕ ਦੋਸਤ ਨਾਲ ਮੋਗਾ ਵਿੱਚ ਬੈਠਾ ਸੀ ਤੇ ਉੱਥੇ ਉਸ ਵੇਲੇ ਢੋਲਕ ਮਾਸਟਰ ਵਜੋਂ ਕੰਮ ਕਰਦੇ ਕੇਸਰ ਸਿੰਘ ਟਿੱਕੀ ਮੇਰੇ ਕੋਲ ਆਏ। ਉਹ ਕਹਿੰਦੇ ਆ ਕਿ ਇੱਕ ਮੁੰਡਾ ਆ ਜਿਸ ਦਾ ਨਾਮ ਹੈ ਧਨੀ ਰਾਮ, ਡੁਗਰੀ ਦਾ ਰਹਿਣ ਵਾਲਾ ਆ, ਬੜੇ ਸੋਹਣੇ ਗੀਤ ਲਿਖਦਾ, ਤੁਸੀਂ ਇੱਕ ਵਾਰੀ ਸੁਣ ਲਓ। ਪਹਿਲਾਂ ਤਾਂ ਮੈਂ ਨਾ ਨੁੱਕਰ ਜੀ ਕੀਤੀ ਪਰ ਫਿਰ ਮਿਲਣ ਲਈ ਤਿਆਰ ਹੋ ਗਿਆ। ਮੈਂ ਵੇਖਿਆ ਕਿ ਸਾਹਮਣੇ ਇੱਕ ਹਲਕੀ ਜੀ ਦਾੜੀ ਵਾਲੇ ਮੁੰਡੇ ਨੇ ਪੱਗ ਬੰਨੀ ਹੋਈ ਹੈ ਤੇ ਆਪਣਾ ਸਾਈਕਲ ਉਸਨੇ ਬਾਹਰ ਖੜਾ ਕੀਤਾ ਹੋਇਆ ਸੀ। ਉਸ ਉੱਤੇ ਦਰੀ ਵਾਲਾ ਝੋਲਾ ਟੰਗਿਆ ਹੋਇਆ ਸੀ ਤੇ ਅਸੀਂ ਉਸ ਨੂੰ ਰੋਟੀ ਬਾਰੇ ਪੁੱਛਿਆ ਤਾਂ ਕਹਿੰਦਾ ਮੇਰੇ ਕੋਲੇ ਸਭ ਕੁਝ ਹੈ, ਮੇਰੀ ਰੋਟੀ ਝੋਲੇ ਵਿੱਚ ਹੈ। ਉਹ ਇੱਕ ਬਿਲਕੁਲ ਪੇਂਡੂ ਸਟਾਈਲ ਦਾ ਮੁੰਡਾ ਸੀ ਤੇ ਉਸ ਦਿਨ ਜ਼ਿਆਦਾ ਗੱਲਬਾਤ ਤਾਂ ਨਹੀਂ ਹੋਈ, ਪਰ ਹਾਂ ਮੈਂ ਉਸ ਨੂੰ ਪੁੱਛਿਆ ਕਿ ਤੂੰ ਕੀ ਕਰਦਾ ਹੈ ਤਾਂ ਉਸਨੇ ਕਿਹਾ ਕਿ ਮੈਨੂੰ ਗੀਤ ਲਿਖਣ ਦਾ ਸ਼ੌਂਕ ਹੈ। ਸੁਰਿੰਦਰ ਛਿੰਦਾ ਦਾ ਕਹਿਣਾ ਹੈ ਕਿ ਇੱਕ ਵਾਰੀ ਉਹ ਰਾਜਸਥਾਨ ਵੱਲ ਜਾ ਰਹੇ ਸਨ ਤਾਂ ਸਾਥੀਆਂ ਨੇ ਕਿਹਾ ਹੈ ਕਿ ਚਮਕੀਲੇ ਦਾ ਗਾਣਾ ਸੁਣ ਲਓ ਤਾਂ ਚਮਕੀਲੇ ਨੇ ਗੀਤ ਸੁਣਾਇਆ ਮੈਂ ਡਿੱਗੀ ਤਿਲਕ ਕੇ। ਤੇ ਛਿੰਦਾ ਕਹਿੰਦੇ ਨੇ ਕਿ ਇਹ ਗੀਤ ਮੈਨੂੰ ਇੰਨਾ ਕੁ ਵਧੀਆ ਲੱਗਿਆ ਕਿ ਚਮਕੀਲੇ ਨੇ ਕਿਹਾ ਕਿ ਤੁਸੀਂ ਇਹ ਗੀਤ ਗਾ ਲਓ, ਵੇਖੋ ਇਹਨੇ ਧਮਾਲਾਂ ਪਾ ਦੇਣੀਆਂ ਨੇ। ਤੇ ਕਹਿੰਦੇ ਨੇ ਕਿ ਮੈਂ ਜਦੋਂ ਇਹ ਗੀਤ ਗਾਇਆ ਜਿਹੜਾ ਕਿ ਚਮਕੀਲੇ ਦਾ ਲਿਖਿਆ ਹੋਇਆ ਪਹਿਲਾ ਗੀਤ ਸੀਗਾ, ਇਹ ਬਿਲਕੁਲ ਸੁਪਰਹਿੱਟ ਹੋ ਗਿਆ। ਤੇ ਸੁਰਿੰਦਰ ਛਿੰਦਾ ਕਹਿੰਦੇ ਆ ਕਿ ਇਸ ਮਗਰੋਂ ਚਮਕੀਲੇ ਦੇ ਲਿਖੇ ਹੀ ਉਹਨਾਂ ਨੇ ਬਹੁਤੇ ਗੀਤ ਗਾਏ। ਦੋਸਤੋ ਜਦੋਂ ਸੁਰਿੰਦਰ ਛਿੰਦਾ ਹੋਰਾਂ ਨੇ ਚਮਕੀਲੇ ਨੂੰ ਗਾਉਂਦਾ ਸੁਣਿਆ ਨਾ ਤੇ ਉਹਨਾਂ ਨੂੰ ਕੁਝ ਕਮੀ ਲੱਗੀ। ਫਿਰ ਉਸ ਨੂੰ ਹਾਰਮੋਨੀਅਮ ਜਿਹੜਾ ਸੀਗਾ, ਯਾਨੀ ਕਿ ਅਸੀਂ ਵਾਜਾ ਕਹਿ ਦਿੰਦੇ ਹਾਂ, ਵਾਜਾ ਵਜਾਉਣਾ ਸਿਖਾਇਆ। ਜਿਹੜੀ ਸਰਗਮ ਲਾਉਣੀ ਆ ਫਿਰ ਉਹ ਲਾਉਣੀ ਸਿਖਾਈ। ਤੇ ਉਸ ਤੋਂ ਬਾਅਦ ਹੁੰਦਾ ਇਹ ਸੀ ਕਿ ਜਦੋਂ ਵੀ ਸੁਰਿੰਦਰ ਛਿੰਦੇ ਦਾ ਕਿਤੇ ਅਖਾੜਾ ਲੱਗਦਾ ਹੁੰਦਾ ਸੀਗਾ ਤੇ ਉੱਥੇ ਸਾਰੇ ਪ੍ਰਬੰਧ ਜਿਹੜੇ ਸੀ ਉਹ ਧਨੀ ਰਾਮ ਹੀ ਕਰਦਾ ਹੁੰਦਾ ਸੀ।
ਤੇ ਫਿਰ ਉਹ ਸਾਰੀਆਂ ਦਰੀਆਂ ਵਿਛਾਉਣ ਤੋਂ ਲੈ ਕੇ ਮਾਈਕ ਫਿੱਟ ਕਰਨ ਤੋਂ ਲੈ ਕੇ ਇੱਥੋਂ ਤੱਕ ਕਿ ਜਦੋਂ ਸੁਰਿੰਦਰ ਛਿੰਦਾ ਗਾਉਣ ਲਈ ਸਟੇਜ ਤੇ ਆਉਂਦੇ ਸਨ ਉਸ ਤੋਂ ਪਹਿਲਾਂ ਉਹਨਾਂ ਦੀ ਸਟੇਜ ਦੀ ਸ਼ੁਰੂਆਤ ਵੀ ਧਨੀ ਰਾਮ ਗੀਤ ਗਾ ਕੇ ਕਰਦਾ ਹੁੰਦਾ ਸੀ। ਇੱਕ ਵਾਰ ਸੁਰਿੰਦਰ ਛਿੰਦਾ ਸਾਲ 1977-78 ਵਿੱਚ ਕੈਨੇਡਾ ਗਏ ਹੋਏ ਸੀ ਤਾਂ ਭਾਰਤ ਵਿੱਚ ਉਹਨਾਂ ਦੀ HMV ਕੰਪਨੀ ਲਈ ਰਿਕਾਰਡਿੰਗ ਸੀ, ਜਿਸ ਦੀ ਕੰਪਨੀ ਨੇ ਪੂਰੀ ਤਿਆਰੀ ਕਰ ਲਈ ਸੀ। ਸੁਰਿੰਦਰ ਛਿੰਦਾ ਦਾ ਕਹਿਣਾ ਹੈ ਕਿ ਕੈਨੇਡਾ ਤੋਂ ਉਹਨਾਂ ਦਾ ਆਉਣਾ ਸੰਭਵ ਨਹੀਂ ਸੀ ਤੇ ਕੰਪਨੀ ਨੂੰ ਰਿਕਾਰਡ ਕਰਨ ਦੀ ਕਾਹਲੀ ਸੀ। ਕੰਪਨੀ ਨੂੰ ਸੁਝਾਅ ਦਿੱਤਾ ਗਿਆ ਕਿ ਗੀਤ ਚਮਕੀਲੇ ਨੇ ਲਿਖਿਆ ਤੇ ਤੁਸੀਂ ਉਸ ਨੂੰ ਮੌਕਾ ਜ਼ਰੂਰ ਦਿਓ। ਕੰਪਨੀ ਨੇ ਚਮਕੀਲੇ ਨੂੰ ਗਾਉਂਦੇ ਹੋਏ ਸੁਣਿਆ ਤੇ ਉਹਨਾਂ ਨੂੰ ਬਹੁਤ ਪਸੰਦ ਆਇਆ। ਇੰਜ ਚਮਕੀਲੇ ਦੀ ਪਹਿਲੀ ਕੈਸਟ ਰਿਕਾਰਡ ਹੋਈ। ਦੋਸਤੋ ਇੱਥੇ ਮੈਂ ਦੱਸ ਦੇਣਾ ਚਾਹੂੰਗਾ ਕਿ ਸੁਰਿੰਦਰ ਛਿੰਦਾ ਦੇ ਨਾਲ ਕਿਉਂਕਿ ਉਹਨਾਂ ਦੀ ਕਾਫੀ ਨੇੜਤਾ ਰਹੀ ਆ, ਉਹਦੇ ਸ਼ਾਗਿਰਦ ਰਹੇ ਨੇ ਚਮਕੀਲਾ ਜੀ, ਕਿਉਂਕਿ ਸੁਰਿੰਦਰ ਛਿੰਦਾ ਪਹਿਲਾਂ ਕੁਲਦੀਪ ਮਾਨ ਦੇ ਸ਼ਾਗਿਰਦ ਰਹੇ ਨੇ ਤੇ ਇੱਥੇ ਫਿਰ ਆਪਣੇ ਸ਼ਾਗਿਰਦ ਦੇ ਰੂਪ ਵਿੱਚ ਉਹਨਾਂ ਨੇ ਚਮਕੀਲੇ ਨੂੰ ਵੀ ਜਿਹੜੇ ਸੀਗੇ ਹਾਰਮੋਨੀਅਮ ਸਿਖਾਇਆ, ਸੰਗੀਤ ਸਿਖਾਇਆ। ਸੁਰਿੰਦਰ ਛਿੰਦਾ ਹੀ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਚਮਕੀਲੇ ਨੂੰ ਪੂਰੀ ਖੁੱਲ੍ਹ ਦਿੱਤੀ ਸੀ ਉਹਨਾਂ ਦੀਆਂ ਸਟੇਜਾਂ ਤੇ ਜਿੱਥੇ ਚਮਕੀਲੇ ਨੇ ਗਾਇਆ। ਦੋਸਤੋ ਚਮਕੀਲੇ ਦੇ ਨਾਂ ਦੀ ਗੱਲ ਕੀਤੀ ਜਾਵੇ ਕਿ ਧਨੀ ਰਾਮ ਤੋਂ ਉਸ ਦਾ ਨਾਮ ਚਮਕੀਲਾ ਕਿਵੇਂ ਪਿਆ, ਤੇ ਸੁਰਿੰਦਰ ਛਿੰਦਾ ਦੱਸਦੇ ਨੇ ਕਿ ਉਹ ਸਾਡੀ ਬਹੁਤ ਸੇਵਾ ਕਰਦਾ ਸੀਗਾ, ਬਹੁਤ ਵਧੀਆ ਗਾਉਂਦਾ ਸੀਗਾ। ਤੇ ਇੱਕ ਵਾਰੀ ਅਸੀਂ ਇਸੇ ਤਰ੍ਹਾਂ ਹੀ ਬੜੈਲ ਦੇ ਵਿੱਚ ਚੰਡੀਗੜ੍ਹ ਇੱਕ ਰਾਮਲੀਲਾ ਦਾ ਪ੍ਰੋਗਰਾਮ ਕਰਨ ਗਏ ਸੀ ਤੇ ਉੱਥੇ ਕਹਿੰਦੇ ਚਮਕੀਲੇ ਨੇ ਸਾਡੀ ਬੜੀ ਸੇਵਾ ਕੀਤੀ। ਕਹਿੰਦੇ ਸੇਵਾ ਦੌਰਾਨ ਹੀ ਸਾਨੂੰ ਬੜੀ ਖੁਸ਼ੀ ਹੋਈ ਤੇ ਅਸੀਂ ਬੈਠੇ ਸੀ ਸਾਰੇ ਯਾਰ ਬੇਲੀ ਤੇ ਕਹਿੰਦੇ ਮੇਰੇ ਮੂੰਹੋਂ ਨਿਕਲੀ ਇਹ ਗੱਲ ਕਿ ਬਈ ਰੰਗੀਲੇ ਰੰਗੂਲੇ ਤਾਂ ਬੜਿਆਂ ਦੇ ਨਾਂ ਆ, ਇਹ ਮੁੰਡਾ ਚਮਕੂਗਾ ਬਹੁਤ ਤੇ ਇਹਦਾ ਨਾਂ ਅਸੀਂ ਚਮਕੀਲਾ ਕਰਤਾ। ਉਸ ਤੋਂ ਬਾਅਦ ਇਸ ਗਾਇਕ ਦਾ ਨਾਮ ਅਮਰ ਸਿੰਘ ਚਮਕੀਲਾ ਪੈ ਗਿਆ, ਜੋ ਵਾਕਿਆ ਹੀ ਆਪਣੀ ਚਮਕ ਲੈ ਕੇ ਪੂਰੀ ਦੁਨੀਆ ਦੇ ਉੱਤੇ ਉਸ ਵਕਤ ਛਾ ਗਿਆ, ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਛਾ ਗਿਆ। ਅਮਰ ਸਿੰਘ ਚਮਕੀਲੇ ਨੇ ਆਪਣੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਵਿੱਚ ਵੱਖ-ਵੱਖ ਕੁੜੀਆਂ ਨਾਲ ਜੋੜੀਆਂ ਬਣਾਈਆਂ, ਪਰ ਅਮਰਜੋਤ ਨਾਲ ਉਸ ਦੀ ਜੋੜੀ ਕਾਫੀ ਹਿੱਟ ਰਹੀ। ਅਮਰਜੋਤ ਜੋ ਫਰੀਦਕੋਟ ਦੇ ਰਹਿਣ ਵਾਲੇ ਸਨ, ਉਹਨਾਂ ਨਾਲ ਚਮਕੀਲੇ ਨੂੰ ਸੁਰਿੰਦਰ ਛਿੰਦਾ ਨੇ ਮਿਲਵਾਇਆ ਸੀ। ਹੌਲੀ-ਹੌਲੀ ਅਮਰਜੋਤ ਚਮਕੀਲੇ ਨਾਲ ਜਾਣਾ ਸ਼ੁਰੂ ਹੋ ਗਏ ਤਾਂ ਦੋਵਾਂ ਦੀ ਟਿਊਨਿੰਗ ਸੈੱਟ ਹੋ ਗਈ। ਚਮਕੀਲੇ ਤੇ ਅਮਰਜੋਤ ਦੀ ਜੋੜੀ ਨੇ ਚਾਰੇ ਪਾਸੇ ਧਮਾਲਾਂ ਪਾ ਛੱਡੀਆਂ। ਦੋਸਤੋ ਚਮਕੀਲੇ ਦੇ ਪਹਿਲੇ LP ਰਿਕਾਰਡ ਦੀ ਗੱਲ ਕਰੀਏ ਨਾ ਤੇ 1979 ਦੇ ਵਿੱਚ ਸੁਰਿੰਦਰ ਛਿੰਦਾ ਦੇ ਨਾਲ ਗਾਉਣ ਵਾਲੀ ਸੁਰਿੰਦਰ ਸੋਨੀਆ ਜਿਹੜੀ ਸੀ, ਉਹਦੀ ਆਵਾਜ਼ ਬੜੀ ਟਣਕਦੀ ਹੁੰਦੀ ਸੀ ਟੱਲੀ ਵਾਂਗੂ, ਤੇ ਉਸ ਦੇ ਜੋੜੀ ਸੁਰਿੰਦਰ ਛਿੰਦਾ ਦੇ ਨਾਲ ਹੁੰਦੀ ਸੀ। ਉਸਨੇ ਪਹਿਲਾ ਜਿਹੜਾ LP ਰਿਕਾਰਡ ਟਕੂਏ ਤੇ ਟਕੂਆ ਖੜਕੇ, ਜਿਹੜਾ ਕਿ ਸੰਗੀਤ ਸਮਰਾਟ ਚਰਨਜੀਤ ਅਹੂਜਾ ਦੇ ਸੰਗੀਤ ਵਿੱਚ ਜਿਹੜੇ ਸੀ ਉਸਦੇ ਸੰਗੀਤ ਤਿਆਰ ਹੋਇਆ ਸੀਗਾ, ਉਹ ਜਦੋਂ ਰਿਲੀਜ਼ ਹੋਇਆ ਤਾਂ ਉਸ ਦੇ ਵਿੱਚ 8 ਗੀਤ ਸਨ, ਜਿਹੜਾ ਕਿ ਇੰਨਾ ਕੁ ਵਿਕਿਆ ਕਿ ਜੋੜੀ ਜਿਹੜੀ ਸੀ ਉਹ ਹਿੱਟ ਹੋ ਗਈ ਤੇ ਪੂਰੇ ਪੰਜਾਬ ਦੀ ਗਾਇਕੀ ਦੇ ਵਿੱਚ ਉਹਨਾਂ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਸੀ। ਇਸ ਵਿੱਚ ਚਮਕੀਲੇ ਦੇ ਲਿਖੇ ਕੰਪੋਜ਼ ਕੀਤੇ ਹੋਏ ਗੀਤ ਸਨ ਤੇ ਇਹ LP ਦੱਸਦੇ ਨੇ ਗਰਮ ਜਲੇਬੀਆਂ ਵਾਂਗੂ ਵਿਕਿਆ। ਚਮਕੀਲਾ ਰਾਤੋਂ ਰਾਤ ਸਟਾਰ ਬਣ ਚੁੱਕਿਆ ਸੀ। ਸੁਰਿੰਦਰ ਸੋਨੀਆ ਨਾਲ ਚਮਕੀਲੇ ਦੀ ਜੋੜੀ 1 ਸਾਲ ਬਾਅਦ ਹੀ ਟੁੱਟ ਗਈ ਸੀ। ਇਸ ਤੋਂ ਬਾਅਦ ਚਮਕੀਲੇ ਨਾਲ ਨਵੀਂ ਗਾਇਕਾ ਮਿਸ਼ ਊਸ਼ਾ ਆ ਰਹੀ ਸੀ, ਪਰ ਉਸ ਦੀ ਪਤਲੀ ਤੇ ਕਮਜ਼ੋਰ ਆਵਾਜ਼ ਚਮਕੀਲੇ ਦੇ ਮੁਕਾਬਲੇ ਸੰਤੁਲਨ ਕਾਇਮ ਨਾ ਰੱਖ ਸਕੀ। ਸਾਲ 1980 ਵਿੱਚ ਚਮਕੀਲੇ ਦੇ ਸੰਪਰਕ ਵਿੱਚ ਫਰੀਦਕੋਟ ਦੀ ਜੰਪਲ ਅਮਰਜੀਤ ਕੌਰ, ਜੋ ਉਸ ਸਮੇਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਾਲ ਗਾ ਰਹੀ ਸੀ। ਅਮਰਜੋਤ ਸੰਗੀਤਕ ਸ਼ੌਂਕ ਕਾਰਨ ਆਪਣੇ ਪਰਿਵਾਰਕ ਜੀਵਨ ਨੂੰ ਛੱਡ ਚੁੱਕੀ ਸੀ। ਬਾਅਦ ਵਿੱਚ ਚਮਕੀਲੇ ਤੇ ਅਮਰਜੋਤ ਨੇ ਵਿਆਹ ਵੀ ਕਰਵਾ ਲਿਆ। ਇਸ ਗਾਇਕ ਜੋੜੀ ਦੇ ਸੁਮੇਲ ਨੇ ਪੰਜਾਬੀ ਦੁਗਾਣਾ ਗਾਇਕੀ 'ਚ ਬੁਲੰਦੀਆਂ ਨੂੰ ਛੂਹਿਆ। ਅਮਰਜੋਤ ਤੇ ਚਮਕੀਲੇ ਦੀਆਂ ਲਗਭਗ 10 ਤੋਂ 12 ਟੇਪਾਂ ਮਾਰਕੀਟ ਵਿੱਚ ਆਈਆਂ। ਵੈਸੇ ਤਾਂ ਚਮਕੀਲੇ ਦੇ ਗੀਤਾਂ ਨੂੰ ਲੈ ਕੇ ਚਰਚਾ ਛਿੜੀ ਰਹਿੰਦੀ ਸੀ ਕਿ ਉਹ ਦੋ ਅਰਥੇ ਗੀਤ ਗਾਉਂਦਾ ਹੈ, ਉਹ ਅਸ਼ਲੀਲ ਗੀਤ ਗਾਉਂਦਾ ਆ। ਇੱਕ ਪਾਸੇ ਚਮਕੀਲੇ ਦੇ ਵਿਰੋਧੀ ਸਨ ਤੇ ਦੂਸਰੇ ਪਾਸੇ ਚਮਕੀਲੇ ਨੂੰ ਪਿਆਰ ਕਰਨ ਵਾਲੇ ਸਨ, ਜਿਹੜੇ ਇਹ ਕਹਿੰਦੇ ਸਨ ਕਿ ਦਿਓਰ ਭਰਜਾਈ ਦੇ ਰਿਸ਼ਤੇ, ਪਿੰਡਾਂ ਦੇ ਵਿੱਚ ਰਿਸ਼ਤੇਦਾਰੀ, ਸਾਧਾਂ ਸੰਤਾਂ ਦੇ ਲਾਣੇ ਦੀਆਂ ਗੱਲਾਂ, ਠੱਗਾਂ ਦੀਆਂ ਗੱਲਾਂ, ਧੋਖੇਬਾਜ਼ਾਂ ਦੀਆਂ ਗੱਲਾਂ
ਬਹੁਤ ਸਾਰੀਆਂ ਅਜਿਹੇ ਸਮਾਜਿਕ ਰਿਸ਼ਤਿਆਂ ਦੀਆਂ ਗੱਲਾਂ, ਜੀਜੇ ਸਾਲੇ ਦੀਆਂ ਗੱਲਾਂ ਵੈਸੇ ਤਾਂ ਹੋਰ ਗਾਇਕ ਵੀ ਕਰਦੇ ਸੀਗੇ, ਪਰ ਅਸ਼ਲੀਲਤਾ ਦਾ ਠੱਪਾ ਚਮਕੀਲੇ ਦੇ ਉੱਤੇ ਹੀ ਲਗਾਇਆ ਗਿਆ। ਹਾਲਾਂਕਿ ਇਸ ਤੋਂ ਇਲਾਵਾ ਚਮਕੀਲੇ ਨੇ ਧਾਰਮਿਕ ਗੀਤ ਵੀ ਗਾਏ ਤੇ ਇਸ ਤੋਂ ਇਲਾਵਾ ਅਰਥ ਭਰਪੂਰ ਗੀਤਾਂ ਦੀ ਗੱਲ ਵੀ ਕਰੀਏ ਤਾਂ ਉਹ ਗੀਤ ਸੁਣ ਕੇ ਅੱਜ ਵੀ ਰੂਹ ਖੁਸ਼ ਹੋ ਜਾਂਦੀ ਹੈ। ਮਿਸਾਲ ਦੇ ਤੌਰ ਦੇ ਉੱਤੇ ਪਾਣੀ ਦੇ ਆ ਬੁਲਬੁਲਿਆ ਕੀ ਮਣਿਆਦਾਂ ਤੇਰੀਆਂ, ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ, ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ। ਤੇ ਇੱਕ ਖਾਸ ਗੀਤ ਜਿਸ ਦਾ ਮੈਂ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ, ਉਹ ਵਾਕਿਆ ਹੀ ਅੱਜ ਵੀ ਦਿਲ ਨੂੰ ਧੂ ਪਾਉਂਦਾ। 2.5 ਦਿਨ ਦੀ ਪਰਾਉਣੀ ਇੱਥੇ ਤੂੰ, ਐਵੇਂ ਨਾ ਜਿੰਦੇ ਮਾਣ ਕਰੀ। ਉਹ ਵਾਕਿਆ ਹੀ ਇਹ ਗੀਤ ਅੱਜ ਵੀ ਰੂਹ ਨੂੰ ਖੇੜਾ ਲਿਆ ਦਿੰਦਾ ਆ। ਇਸ ਤੋਂ ਇਲਾਵਾ ਅਗਰ ਧਾਰਮਿਕ ਗੀਤਾਂ ਦੀ ਗੱਲ ਕੀਤੀ ਜਾਵੇ, ਇਸ ਤੋਂ ਇਲਾਵਾ ਜੇ ਧਾਰਮਿਕ ਗੀਤਾਂ ਦੀ ਗੱਲ ਕਰੀਏ ਤਾਂ ਤਲਵਾਰ ਮੈਂ ਕਲਗੀ ਧਰਦੀ ਹਾਂ, ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ, ਔਖੇ ਵੇਲੇ ਕੰਮ ਆਊਗੀ। ਤੇ ਇਹਨਾਂ ਵਿੱਚੋਂ ਜਿਹੜਾ ਹਿੱਟ ਗੀਤ ਸੀਗਾ ਉਹ ਸੀਗਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ। ਤੇ ਇਸ ਤੋਂ ਇਲਾਵਾ ਮਾਤਾ ਗੁਜਰੀ ਦਾ ਜਿਹੜਾ ਗੀਤ ਸੀਗਾ ਪਤੀ ਦਿੱਤਾ ਪੁੱਤ ਗਿਆ ਪੋਤਰੇ ਵੀ ਤੋਰ ਦਿੱਤੇ, ਕੀਤੀ ਮਾਤਾ ਗੁਜਰੀ ਕਮਾਲ। ਤੇ ਇੱਕ ਜਿਹੜਾ ਇਸ ਤੋਂ ਵੀ ਹਿੱਟ ਗੀਤ ਸੀਗਾ ਉਹ ਸੀ ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦੀਵਾਰੇ, ਤੂੰ ਕਤਲ ਕਰਾਏ ਦਸ਼ਮੇਸ਼ ਦੇ ਦੁਲਾਰੇ। ਸੁਰਿੰਦਰ ਸੋਨੀਆ ਨਾਲ ਅਮਰ ਸਿੰਘ ਚਮਕੀਲੇ ਦਾ ਇਹ ਗੀਤ, ਕੁੜਤੀ ਸਤਰੰਗ ਦੀ ਦੇ ਵਿੱਚ ਘੁੱਗੀਆਂ ਗਿਟਾਰਾਂ ਪਾਈਆਂ, ਨਿਵੇਲੀਆਂ ਨੇ ਵੈਲ ਛੱਡਦੇ ਨੀ ਤੂੰ ਵੀ ਛੱਡ ਦੇ ਯਾਰੀਆਂ ਲਾਈਆਂ। ਇਹ ਗੀਤ ਇੰਨਾ ਕੁ ਖੂਬਸੂਰਤ ਸੀਗਾ ਕਿ ਸੁਰਿੰਦਰ ਸੋਨੀਆ ਦੀ ਆਵਾਜ਼ ਜਿਹੜੀ ਸੀਗੀ ਉਹ ਤਾਂ ਬਾਕਮਾਲ ਆਵਾਜ਼ ਸੀਗੀ। ਔਰ ਇਸ ਆਵਾਜ਼ ਨੂੰ ਉਸ ਸਮੇਂ ਕਿਹਾ ਜਾਂਦਾ ਸੀਗਾ ਕਿ ਇੱਕ ਪਾਸੇ ਟੱਲੀ ਟੁਣਕਦੀ ਹੋਵੇ ਤੇ ਦੂਸਰੇ ਪਾਸੇ ਸੁਰਿੰਦਰ ਸੋਨੀਆ ਦੀ ਆਵਾਜ਼ ਹੋਵੇ ਤਾਂ ਵਾਕਿਆ ਹੀ ਗੀਤ ਸੁਣਨ ਦਾ ਸਵਾਦ ਆ ਜਾਂਦਾ। ਤੇ ਜਨਾਬ ਇਸੇ ਤਰ੍ਹਾਂ ਹੀ ਉਸ ਦੇ ਨਾਲ ਜੋੜੀ ਬਣਾਉਣ ਵਾਲੀ ਅਮਰਜੋਤ ਕੌਰ, ਬੇਸ਼ੱਕ ਸੁਰਿੰਦਰ ਸੋਨੀਆ ਦੇ ਨਾਲ 1 ਸਾਲ ਤੋਂ ਬਾਅਦ ਜੋੜੀ ਟੁੱਟ ਗਈ ਸੀ, ਪਰ ਉਸ ਤੋਂ ਬਾਅਦ ਜਦੋਂ ਅਮਰਜੋਤ ਆਈ ਤਾਂ ਤਕਰੀਬਨ ਅਮਰਜੋਤ ਦੀ ਆਵਾਜ਼ ਵੀ ਸੁਰਿੰਦਰ ਸੋਨੀਆ ਦੀ ਆਵਾਜ਼ ਨਾਲ ਮਿਲਦੀ ਜੁਲਦੀ ਸੀ। ਤੇ ਗੀਤ ਸੁਣਨ ਵਾਲੇ ਇਹ ਵੀ ਕਹਿ ਦਿੰਦੇ ਸੀ ਕਈ ਵਾਰੀ ਕਿ ਇਹ ਸੁਰਿੰਦਰ ਸੋਨੀਆ ਹੀ ਲੱਗ ਰਹੀ ਆ, ਕਿਉਂਕਿ ਬਹੁਤੇ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਗੀਤ ਸੁਰਿੰਦਰ ਸੋਨੀਆ ਦਾ ਜਾਂ ਅਮਰਜੋਤ ਦਾ ਆ, ਉਹ ਆਵਾਜ਼ਾਂ ਵਿੱਚ ਫਰਕ ਨਹੀਂ ਸੀ ਕਰ ਸਕਦੇ। ਔਰ ਇਸੇ ਤਰ੍ਹਾਂ ਹੀ ਸਮਾਜਿਕ ਵਿਸ਼ਿਆਂ ਤੇ ਉਸਦਾ ਇੱਕ ਖੂਬਸੂਰਤ ਗੀਤ ਸੀਗਾ, ਮੇਰੇ ਬਾਪੂ ਨੇ ਖੁੰਡੇ ਨੂੰ ਤੇਲ ਲਾ ਕੇ ਰੱਖਿਆ, ਉਹ ਫੇਸਰੀ ਦੇ ਐਵੇਂ ਡੰਗ ਚੱਕੀ ਫਿਰਦੇ ਨੇ। ਗੀਤ ਵਾਕਈ ਬਾਕਮਾਲ ਸੀਗਾ। ਔਰ ਗੀਤ ਜਿੱਥੇ ਇੱਕ ਮਜਾਈਆ ਸੀਗਾ ਉੱਥੇ ਹੀ ਕਹਿ ਸਕਦੇ ਆ ਕਿ ਸਮਾਜਿਕ ਤਾਣੇ ਬਾਣੇ ਦੀ ਗੱਲ ਵੀ ਕਰਦਾ ਸੀ। ਦੋਸਤੋ ਫਿਰ ਚਮਕੀਲੇ ਦੀ ਚੜ੍ਹਾਈ ਇੰਨੀ ਕੁ ਹੋਈ ਕਿ ਲੋਕ ਚਮਕੀਲੇ ਦੇ ਅਖਾੜੇ 3-3 ਮਹੀਨੇ ਪਹਿਲਾਂ ਹੀ ਬੁੱਕ ਕਰਾ ਜਾਂਦੇ ਸਨ। ਤੇ ਲੁਧਿਆਣੇ ਮੋਗੇ ਦੇ ਵਿੱਚ ਜਿਹੜੇ ਵੈਦਾਂ ਦੇ ਚੁਬਾਰੇ ਬਣੇ ਹੋਏ ਸੀਗੇ, ਲੁਧਿਆਣੇ ਤੁਸੀਂ ਬੱਸ ਅੱਡੇ ਦੇ ਬਾਹਰ ਤੁਸੀਂ ਦੇਖਦੇ ਹੋ ਇੱਕ ਬਹੁਤ ਵੱਡੀ ਸਾਰੀ ਬਿਲਡਿੰਗ ਆ ਜਿੱਥੇ ਬਹੁਤੇ ਜਿਹੜੇ ਗਾਇਕ ਕਲਾਕਾਰ ਹੁੰਦੇ ਸੀ ਪੰਜਾਬੀ ਦੇ, ਉਹਨਾਂ ਦੇ ਬੋਰਡ ਟੰਗੇ ਹੁੰਦੇ ਸੀ। ਉੱਥੇ ਹੀ ਚਮਕੀਲੇ ਦਾ ਵੀ ਦਫ਼ਤਰ ਬਣਿਆ ਹੋਇਆ ਸੀਗਾ। ਤੇ ਜਿਵੇਂ ਕਿ ਲੁਧਿਆਣੇ ਮੋਗੇ ਦੇ ਵਿੱਚ ਵੈਦ ਸੀ, ਜਦੋਂ ਚਮਕੀਲਾ ਕਿਤੇ ਬਾਹਰ ਖਾੜੇ ਲਾਉਣ ਗਿਆ ਹੁੰਦਾ ਸੀ ਤੇ ਲੋਕ ਉੱਥੇ ਆ ਕੇ ਸਾਈ ਫੜਾ ਜਾਂਦੇ ਹੁੰਦੇ ਸੀ। ਤੇ ਇਹ ਜਿਹੜਾ 3-3 ਮਹੀਨੇ ਪਹਿਲਾਂ ਫੜਾਉਣ ਦਾ ਮਕਸਦ ਸੀ ਕਿ ਚਮਕੀਲਾ ਹਰ ਹੀਲੇ ਸਾਡੇ ਵਿਆਹ ਦੇ ਵਿੱਚ ਅਖਾੜਾ ਲਾਵੇ। 4000 ਰੁਪਈਆ ਜਿਹੜੀ ਉਹ ਸਾਈ ਫੜਾ ਜਾਂਦੇ ਸੀਗੇ। ਤੇ ਇੰਨਾ ਕੁ ਜ਼ਿਆਦਾ ਮਕਬੂਲ ਸੀ ਚਮਕੀਲਾ ਕਿ ਬਾਕੀ ਗਾਇਕਾਂ ਦੇ ਅਖਾੜੇ ਲੱਗਣੇ ਉਸ ਵੇਲੇ ਘੱਟ ਹੋ ਗਏ ਸੀ। ਤੇ ਚਮਕੀਲੇ ਤੇ ਅਮਰਜੋਤ ਕੌਰ ਦੀ ਤੂਤੀ ਹੀ ਹਰ ਜਗ੍ਹਾ ਬੋਲਦੀ ਸੀ। ਔਰ ਕਈ ਵਾਰੀ ਤਾਂ ਇਹ ਵੀ ਹੁੰਦਾ ਸੀ ਕਿ ਚਮਕੀਲਾ ਇੱਕ ਹੀ ਦਿਨ ਦੇ ਵਿੱਚ 3 ਤੋਂ 4 ਅਖਾੜੇ ਲਾ ਜਾਂਦਾ ਸੀ। ਔਰ ਕਈ ਵਿਆਹਾਂ ਵਾਲੇ ਕਹਿੰਦੇ ਸੀਗੇ ਬਈ ਚਮਕੀਲਾ ਸਿਆਂ ਭਾਵੇਂ ਸਾਡੇ 2 ਘੰਟੇ ਹੀ ਲਾ, ਪਰ ਸਾਡੇ ਵਿਆਹ ਦੇ ਵਿੱਚ ਅਖਾੜਾ ਜ਼ਰੂਰ ਲਾ। ਤੇ ਫਿਰ ਮੈਂ ਖੁਦ ਮੌਕੇ ਦਾ ਗਵਾਹ ਸੀ ਇਸ ਗੱਲ ਦਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਚਮਕੀਲੇ ਦੇ 7 ਅਖਾੜੇ ਵੇਖੇ ਹੋਏ ਆ। ਚਮਕੀਲੇ ਦੇ ਇਹ ਜਿਹੜੇ 7 ਅਖਾੜੇ ਸੀਗੇ ਮੈਂ ਖੁਦ ਕੋਲੇ ਬਹਿ ਕੇ, ਮੂਹਰੇ ਬਹਿ ਕੇ, ਕਿਉਂਕਿ ਅਸੀਂ ਨਿਆਣੇ ਹੁੰਦੇ ਸੀ ਉਦੋਂ ਅਸੀਂ ਸੁਣਿਆ। ਤੇ ਵਾਕਈ ਜਿਹੜੀ ਭੀੜ ਹੁੰਦੀ ਸੀਗੀ, ਬਨੇਰਿਆਂ ਤੇ ਚੜ੍ਹੇ ਹੁੰਦੇ ਸੀ ਲੋਕ, ਰੁੱਖਾਂ ਦੇ ਉੱਤੇ ਚੜ੍ਹੇ ਹੁੰਦੇ ਸੀਗੇ ਔਰ ਦਰਖਤਾਂ ਦੀਆਂ ਟਾਹਣੀਆਂ ਲਮਕਾ ਦਿੰਦੇ ਹੁੰਦੇ ਸੀਗੇ, ਕੰਧਾਂ ਤੇ ਚੜ੍ਹੇ ਹੁੰਦੇ ਸੀ, ਬਨੇਰਿਆਂ ਦੇ ਉੱਤੇ ਚੜ੍ਹੇ ਹੁੰਦੇ ਸੀਗੇ। ਤੇ ਲੋਕ ਇੰਨਾ ਕੁ ਇਕੱਠ ਹੁੰਦਾ ਸੀ ਵੀ ਤਿਲ ਸਿੱਟਣ ਨੂੰ ਥਾਂ ਨਹੀਂ ਸੀ ਹੁੰਦੀ। ਪਰ ਜਦੋਂ ਕਿਸੇ ਦੇ ਵਿਆਹ ਦੇ ਵਿੱਚ ਚਮਕੀਲਾ ਖਾੜਾ ਲਾ ਲੈਂਦਾ ਸੀ ਨਾ, ਤਾਂ ਉਦੋਂ ਹਾਲਤ ਇਹ ਬਣਦੀ ਹੁੰਦੀ ਸੀਗੀ ਕਿ ਲੋਕਾਂ ਨੂੰ ਡੱਕਣਾ ਬੜਾ ਹੀ ਔਖਾ ਹੁੰਦਾ ਸੀਗਾ। ਵਿਚਾਰੇ ਪਹਿਲਾਂ ਹੀ ਵਿਆਹ ਦੇ ਵਿੱਚ ਉਹ ਸਾਰੇ ਮਾਮਲੇ ਨੂੰ ਬੜੀ ਮੁਸ਼ਕਿਲ ਨਾਲ ਸੰਭਾਲਦੇ ਸੀ ਤੇ ਲੋਕਾਂ ਨੂੰ ਸੰਭਾਲਣਾ ਉਦੋਂ ਔਖਾ ਹੋ ਜਾਂਦਾ ਸੀ। ਔਰ ਕਈਆਂ ਦੇ ਵਿਆਹਾਂ ਦੇ ਵਿੱਚੋਂ
ਰਾਸ਼ਨ ਪਾਣੀ ਪਤਾ ਨਹੀਂ ਕਿੱਥੇ ਸਮੇਟ ਦਿੱਤਾ ਜਾਂਦਾ ਸੀ, ਪਰ ਲੋਕ ਪਰਵਾਹ ਨਹੀਂ ਸੀ ਕਰਦੇਗੇ। ਵੇਲੇ ਚੰਗੇ ਸੀਗੇ। ਚਮਕੀਲੇ ਦੇ ਅਖਾੜਿਆਂ ਨੇ ਪੂਰੇ ਪੰਜਾਬ ਦੇ ਵਿੱਚ ਚਰਚਾ ਕਰਵਾਈ ਹੋਈ ਸੀ। ਚਮਕੀਲੇ ਦੀ ਲੋਕਪ੍ਰਿਯਤਾ ਦਾ ਇੱਕ ਰੂਪ ਇਹ ਵੀ ਸੀ ਕਿ ਲੋਕ ਉਸ ਦੀਆਂ ਵਿਹਲੀਆਂ ਤਰੀਕਾਂ ਵੇਖ ਕੇ ਹੀ ਆਪਣੇ ਵਿਆਹਾਂ ਦੇ ਦਿਨ ਧਰਦੇ ਸਨ। ਚਮਕੀਲੇ ਦੇ ਅਖਾੜਿਆਂ ਦੀ ਇੱਕ ਖਾਸ ਵਿਸ਼ੇਸ਼ਤਾ ਇਹ ਰਹੀ ਹੈ ਕਿ ਉਹ ਅੱਜ ਦੇ ਗੀਤਕਾਰਾਂ ਵਾਂਗ ਕਾਪੀਰਾਈਟ ਦੇ ਚੱਕਰਾਂ ਵਿੱਚ ਨਹੀਂ ਸੀ ਪੈਂਦਾ, ਸਗੋਂ ਪਹਿਲਾ ਗਾਣਾ ਸਟੇਜ ਤੇ ਗਾ ਕੇ ਲੋਕਾਂ ਦੀ ਪ੍ਰਤੀਕਿਰਿਆ ਦਾ ਪਤਾ ਕਰਦਾ ਸੀ ਕਿ ਲੋਕਾਂ ਨੂੰ ਪਸੰਦ ਆਇਆ ਜਾਂ ਨਹੀਂ। ਫਿਰ ਸੰਗੀਤ ਸਮਰਾਟ ਚਰਨਜੀਤ ਅਹੂਜਾ ਕੋਲੇ ਆ ਕੇ ਕਹਿੰਦਾ ਸੀ, ਗੁਰੂ ਜੀ ਆਹ ਗੀਤ ਆਪਾਂ ਟੇਪ 'ਚ ਪਾਉਣਾ ਹੈ, ਲੋਕਾਂ ਨੇ ਬੜਾ ਪਸੰਦ ਕੀਤਾ ਹੈ। ਚਮਕੀਲੇ ਦੇ ਗੀਤਾਂ ਬਾਰੇ ਵਾਦ ਵਿਵਾਦ ਹਮੇਸ਼ਾ ਛਿੜਦੇ ਰਹੇ ਨੇ। ਸਾਡੇ ਸੱਭਿਆਚਾਰ ਵਿੱਚ ਜੋ ਪਰਦੇ ਦੇ ਪਿੱਛੇ ਹੋ ਰਿਹਾ, ਚਮਕੀਲੇ ਦੀ ਕਲਮ ਨੇ ਉਸ ਪੱਖ ਨੂੰ ਉਘਾੜਿਆ। ਉਸ ਦੇ ਗੀਤਾਂ ਉੱਤੇ ਅਸ਼ਲੀਲਤਾ ਦਾ ਧੱਬਾ ਅਸਲ ਵਿੱਚ ਉਸ ਦੀ ਪ੍ਰਸਿੱਧੀ ਦੇ ਕਾਰਨ ਹੀ ਲੱਗਿਆ, ਜਦੋਂ ਕਿ ਉਸ ਸਮੇਂ ਦੇ ਹੋਰ ਗਾਇਕਾਂ ਨੇ ਵੀ ਦਗਾਣਾ ਗਾਇਕੀ ਨੂੰ ਅਪਣਾਇਆ ਹੋਇਆ ਸੀ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਚਮਕੀਲਾ ਗਲਤੀ ਕਿੱਥੇ ਕਰ ਗਿਆ। ਪੰਜਾਬੀ ਮੁਹਾਵਰਿਆਂ ਅਤੇ ਅਖਾਣਾਂ ਨੂੰ ਢੁਕਵੀਂ ਥਾਂ ਤੇ ਵਰਤਣਾ ਚਮਕੀਲੇ ਨੂੰ ਬਖੂਬੀ ਆਉਂਦਾ ਸੀ। ਉਸ ਦਾ ਗੱਲ ਕਹਿਣ ਦਾ ਅੰਦਾਜ਼ ਸਿੱਧਾ ਤੇ ਸਪਸ਼ਟ ਸੀ, ਜਿਸ ਨੇ ਅਣਗਿਣਤ ਵਿਵਾਦਾਂ ਨੂੰ ਜਨਮ ਦਿੱਤਾ। ਪੰਜਾਬੀ ਫਿਲਮਾਂ 'ਚ ਫਿਲਮਾਏ ਗਏ ਚਮਕੀਲੇ ਦੇ ਅਖਾੜੇ ਵੀ ਬਾਲੀਵੁੱਡ ਲਈ ਵਰਦਾਨ ਸਾਬਤ ਹੋਏ। ਸਨ 1987 ਵਿੱਚ ਆਈ ਫਿਲਮ ਪਟੋਲਾ ਦਾ ਗੀਤ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਇਹ ਗੀਤ ਫਿਲਮ ਹਿੱਟ ਹੋਣ ਦਾ ਵੱਡਾ ਕਾਰਨ ਬਣਿਆ। ਇਸੇ ਤਰ੍ਹਾਂ ਹੀ ਫਿਲਮ ਦੁਪੱਟਾ ਦਾ ਮੇਰਾ ਜੀ ਕਰਦਾ ਗਾਣਾ ਵੀ ਫਿਲਮ ਨੂੰ ਕਾਮਯਾਬ ਕਰ ਗਿਆ। ਕੋਈ ਪਿੰਡ, ਕੋਈ ਸ਼ਹਿਰ, ਕੋਈ ਟਾਊਨ ਇਹੋ ਜਿਹਾ ਨਹੀਂ ਸੀਗੇ ਜਿੱਥੇ ਚਮਕੀਲੇ ਨੂੰ ਨਹੀਂ ਸੁਣਿਆ ਜਾਂਦਾ ਸੀ। ਸਪੀਕਰਾਂ 'ਚ ਉਹਦੇ ਗੀਤ ਆਮ ਵੱਜਦੇ ਹੁੰਦੇ ਸੀ। ਪਿੰਡਾਂ ਦੇ ਬੰਡੇਰਿਆਂ ਦੇ ਉੱਤੇ ਵੱਜਦੇ ਸਪੀਕਰਾਂ ਉੱਤੇ ਚਮਕੀਲਾ ਵੱਜਦਾ ਅਸੀਂ ਆਪਦੇ ਕੰਨੀ ਸੁਣਿਆ, ਅੱਖੀ ਵੇਖਿਆ, ਅੱਖੀ ਉਹਦੇ ਅਖਾੜੇ ਵੇਖਿਆ। ਔਰ ਸੱਚ ਹੈ ਦੋਸਤੋ ਕਿ ਉਸ ਜ਼ਮਾਨੇ ਵਿੱਚ ਚਮਕੀਲਾ ਇੰਨਾ ਕੁ ਜ਼ਿਆਦਾ ਫੇਮਸ ਹੋ ਗਿਆ ਸੀ, ਇੰਨਾ ਕੁ ਜ਼ਿਆਦਾ ਉਸ ਨੂੰ ਪਿਆਰ ਕਰਨ ਵਾਲੇ ਜਿਹੜੇ ਸਰੋਤੇ ਸੀ ਹੋ ਗਏ ਸੀ ਕਿ ਉਸੇ ਦੇ ਅਖਾੜੇ ਹੀ ਲਵਾਉਣੇ ਪਸੰਦ ਕਰਦੇ ਸੀ। ਇਹਦਾ ਇੱਕ ਖਮਿਆਜ਼ਾ ਦੂਜੇ ਗਾਇਕਾਂ ਨੂੰ ਭੁਗਤਣਾ ਪਿਆ। ਉਹ ਇਹ ਹੋਇਆ ਕਿ ਦੂਜੇ ਗਾਇਕਾਂ ਦੇ, ਚਾਹੇ ਉਹ ਜਿੰਨੇ ਮਰਜ਼ੀ ਚੋਟੀ ਦੇ ਗਾਇਕ ਸੀਗੇ, ਉਹਨਾਂ ਦੇ ਅਖਾੜੇ ਲੱਗਣੇ ਬੰਦ ਹੋ ਗਏ ਸੀਗੇ। ਉਹਨਾਂ ਨੂੰ ਬਹੁਤ ਪ੍ਰੋਗਰਾਮ ਘੱਟ ਮਿਲਦੇ ਸੀ, ਪਰ ਲੋਕਾਂ ਦੀ ਜ਼ੁਬਾਨ ਦੇ ਉੱਤੇ ਇੱਕੋ ਹੀ ਨਾਂ ਹੁੰਦਾ ਸੀਗਾ ਕਿ ਚਮਕੀਲਾ ਤੇ ਅਮਰਜੋਤ, ਇਹਨਾਂ ਦੋਵਾਂ ਦੇ ਅਖਾੜੇ ਲਵਾਉਣੇ ਆ ਤੇ ਹਰ ਹਾਲਤ ਲਵਾਉਣੇ ਆ। ਪਰ ਸਿਆਣੇ ਕਹਿੰਦੇ ਆ ਕਿ ਸ਼ੋਹਰਤ ਤੇ ਬੁਲੰਦੀਆਂ ਸਦਾ ਕਾਇਮ ਨਹੀਂ ਰਹਿੰਦੀਆਂ। ਜੇ ਆਪਣੇ ਆਪ ਤਾਂ ਕਿਸੇ ਨੇ ਇੱਕ ਦਿਨ ਸੂਰਜ ਚੜ੍ਹਿਆ ਤੇ ਉਸਨੇ ਡੁੱਬਣਾ ਵੀ ਹੁੰਦਾ ਆ, ਪਰ ਜੇ ਵਕਤ ਤੋਂ ਪਹਿਲਾਂ ਹੀ ਕੋਈ ਕਿਸੇ ਨੂੰ ਫਨਾਹ ਕਰ ਦੇਵੇ ਤਾਂ ਕੀ ਆਖੀਏ। 8 ਮਾਰਚ 1988 ਨੂੰ ਜਲੰਧਰ ਦੇ ਪਿੰਡ ਮਹਿਸਮਪੁਰ ਦੇ ਵਿੱਚ ਇਹੋ ਘਟਨਾ ਵਾਪਰ ਗਈ ਜਿਹਦਾ ਕਦੇ ਕਿਸੇ ਨੇ ਕਿਆਸ ਨਹੀਂ ਸੀ ਕੀਤਾ। ਚਮਕੀਲੇ ਤੇ ਅਮਰਜੋਤ ਨੂੰ ਉਸ ਦੇ ਸਾਥੀਆਂ ਸਮੇਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਨੂੰ ਸੁਣ ਕੇ ਸਾਰਾ ਪੰਜਾਬ ਇੱਕ ਵਾਰੀ ਝਟਕਾ ਖਾ ਗਿਆ ਕਿ ਇਹ ਕੀ ਬਣਿਆ, ਕਿ ਇੰਨਾ ਸੁਪਰਹਿੱਟ ਗੀਤ ਗਾਉਣ ਵਾਲਾ ਗਾਇਕ ਅਚਾਨਕ ਕਿਉਂ ਮਾਰ ਦਿੱਤਾ ਗਿਆ। ਹਾਲਾਂਕਿ ਉਸ ਦੇ ਉਸਤਾਦ ਸੁਰਿੰਦਰ ਛਿੰਦਾ ਵੀ ਉਸ ਦਿਨ ਰਾਜਸਥਾਨ ਵਾਲੇ ਪਾਸੇ ਕੋਈ ਅਖਾੜਾ ਲਾਉਣ ਗਏ ਸਨ ਤੇ ਜਿਨ੍ਹਾਂ ਨੂੰ ਰਾਸਤੇ ਵਿੱਚ ਜਦੋਂ ਪੁਲਿਸ ਨੇ ਨਾਕੇ ਵਧਾ ਦਿੱਤੇ, ਰੋਕਿਆ ਗਿਆ, ਤਾਂ ਪੁਲਿਸ ਵਾਲਿਆਂ ਤੋਂ ਪਤਾ ਲੱਗਿਆ ਕਿ ਕੋਈ ਗਾਇਕ ਪੰਜਾਬ ਦੇ ਵਿੱਚ ਕਤਲ ਕਰ ਦਿੱਤਾ ਗਿਆ। ਤੇ ਜਦੋਂ ਸੁਰਿੰਦਰ ਛਿੰਦਾ ਦੱਸਦੇ ਨੇ ਕਿ ਉਹ ਆਪਣੇ ਘਰ ਪਹੁੰਚੇ ਤਾਂ ਟੈਲੀਵਿਜ਼ਨ ਦੇ ਉੱਤੇ ਖਬਰ ਆ ਰਹੀ ਸੀ ਕਿ ਚਮਕੀਲੇ ਤੇ ਅਮਰਜੋਤ ਦਾ ਕਤਲ ਕਰ ਦਿੱਤਾ ਗਿਆ। ਇਹ ਉਹ ਵੇਲਾ ਸੀਗਾ ਜਦੋਂ ਅਸੀਂ ਵੀ ਸਕੂਲ ਵਿੱਚ ਪੜ੍ਹਦੇ ਸੀਗੇ। ਇਹ ਕਤਲ ਦੀਆਂ ਕਹਾਣੀਆਂ, ਇਹ ਸਾਰਾ ਕੁਝ ਅਸੀਂ ਆਪਦੇ ਅੱਖੀਂ ਕੰਨੀ ਵੇਖਿਆ, ਸੁਣਿਆ ਆ। ਅਖਬਾਰਾਂ ਦੇ ਵਿੱਚ ਖਬਰਾਂ ਉਦੋਂ ਪੜ੍ਹੀਆਂ, ਟੈਲੀਵਿਜ਼ਨ ਦੇ ਉੱਤੇ ਅਸੀਂ ਵੀ ਅਮਰਜੋਤ ਚਮਕੀਲੇ ਨੂੰ ਦੇਖਿਆ ਕਿ ਕਿਸ ਤਰੀਕੇ ਉਸ ਦਾ ਕਤਲ ਕੀਤਾ ਗਿਆ ਉਸ ਦੀ ਸਾਥ ਨਾਲ ਤੇ ਉਸ ਦੇ ਬਾਕੀ ਸਾਥੀਆਂ ਨਾਲ, ਜੋ ਪੰਜਾਬ ਦੇ ਉਹਨਾਂ ਸਰੋਤਿਆਂ ਲਈ ਸੱਚਮੁੱਚ ਹੀ ਵੱਡਾ ਝਟਕਾ ਸੀ। ਲੁਧਿਆਣਾ ਦੇ ਡੁਗਰੀ ਵਿੱਚ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਯਾਦ ਵਿੱਚ ਸਮਾਧ ਬਣੀ ਹੋਈ ਹੈ। ਅਚਾਨਕ ਹੋਈ ਇਸ ਕਤਲ ਦੀ ਵਾਰਦਾਤ ਕਾਰਨ ਅਮਰ ਸਿੰਘ ਚਮਕੀਲਾ ਦੇ ਪਰਿਵਾਰ ਉੱਤੇ ਮੁਸ਼ਕਲਾਂ ਦਾ ਪਹਾੜ ਟੁੱਟ ਗਿਆ ਸੀ। ਉਸ ਔਖੇ ਵੇਲੇ ਨੂੰ ਯਾਦ ਕਰਦੇ ਹੋਏ ਚਮਕੀਲੇ ਦੀ ਧੀ ਅਮਨਦੀਪ ਕੌਰ ਦਾ ਕਹਿਣਾ ਆ ਕਿ ਵਾਰਦਾਤ ਨੇ ਪਰਿਵਾਰ ਨੂੰ ਸਦਮੇ ਵਿੱਚ ਪਾ ਦਿੱਤਾ ਸੀ। ਉਸ ਦਾ ਕਹਿਣਾ ਸੀ ਕਿ ਮੇਰੇ ਦਾਦੇ ਅਤੇ ਚਾਚੇ ਉੱਤੇ ਇਸ ਘਟਨਾ ਦਾ ਬਹੁਤ ਮਾੜਾ ਅਸਰ ਪਿਆ। ਉਹ ਪੂਰੇ ਤਰੀਕੇ ਸਦਮੇ ਵਿੱਚ ਚਲੇ ਗਏ ਸਨ ਕਿਉਂਕਿ ਘਰ ਦਾ ਗੁਜ਼ਾਰਾ ਚਮਕੀਲੇ ਤੋਂ ਚੱਲਦਾ ਸੀ, ਕਿਉਂਕਿ ਗਰੀਬੀ ਤੋਂ ਚਮਕੀਲਾ ਇੱਕੋ ਦਮ ਹੀ ਵੱਧ ਪੈਸੇ ਕਮਾਉਣ ਵਾਲਾ ਪੁੱਤ ਸਾਬਤ ਹੋਇਆ ਸੀ। ਉਹ ਵੀ ਕਮਾਊ ਪੁੱਤ, ਤੇ ਜਿਸ ਘਰ ਦਾ ਕਮਾਊ ਪੁੱਤ ਇਸ ਤਰੀਕੇ ਮਰ ਜਾਵੇ
ਉਹ ਫਿਰ ਘਰ ਵਾਲਿਆਂ ਨੂੰ ਹੀ ਪਤਾ ਹੁੰਦਾ ਹੈ ਕਿ ਉਹਨਾਂ ਨਾਲ ਕੀ ਬੀਤਦੀ ਹੈ। ਇਹ ਧੀ ਕਹਿੰਦੀ ਹੈ ਕਿ ਮੈਂ ਤਾਂ ਕਾਫੀ ਛੋਟੀ ਸੀ, ਪਰ ਇੰਨਾ ਪਤਾ ਆ ਕਿ ਰਿਸ਼ਤੇਦਾਰਾਂ ਨੇ ਡਰ ਦੇ ਕਾਰਨ ਸਾਡੇ ਘਰ ਆਉਣਾ ਛੱਡ ਦਿੱਤਾ ਸੀ। ਅਸੀਂ ਬੜਾ ਔਖਾ ਵੇਲਾ ਵੇਖਿਆ। ਪਰਿਵਾਰ ਵੱਲੋਂ ਹਰ ਸਾਲ ਉਹਨਾਂ ਦੀ ਸਮਾਧ ਉੱਤੇ ਮੇਲਾ ਵੀ ਲਗਵਾਇਆ ਜਾਂਦਾ ਆ, ਪਰ ਧੀ ਵੱਲੋਂ ਇਸ ਗੱਲ ਦਾ ਅਫਸੋਸ ਹੈ ਕਿ ਉਸ ਦੀ ਯਾਦ ਵਿੱਚ ਪੰਜਾਬ ਵਿੱਚ ਕੋਈ ਵੀ ਥਾਂ ਨਹੀਂ ਬਣਾਈ ਗਈ। ਅਸੀਂ ਕਹਿੰਦੇ ਹਾਂ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ, ਸਾਡੇ ਪਰਿਵਾਰ ਨਾਲ ਬਹੁਤ ਮਾੜਾ ਹੋਇਆ ਹੈ। ਸਾਨੂੰ ਇਸ ਗੱਲ ਦਾ ਮਲਾਲ ਹੈ ਕਿ ਉਹਨਾਂ ਦੀ ਕੋਈ ਯਾਦਗਾਰ ਵੀ ਨਹੀਂ ਬਣਾਈ ਗਈ। ਅੱਜ ਚਮਕੀਲੇ ਨੂੰ ਇਸ ਦੁਨੀਆ ਤੋਂ ਗਿਆ 3 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਪਰ ਅੱਜ ਵੀ ਚਮਕੀਲੇ ਨੂੰ ਬੜੀ ਸ਼ਿੱਦਤ ਨਾਲ ਸੁਣਿਆ ਜਾਂਦਾ ਹੈ। ਅੱਜ ਵੀ ਚਮਕੀਲੇ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਲੋਕ ਓਨੇ ਹੀ ਸਰੂਰ ਨਾਲ ਉਸ ਦੇ ਗੀਤ ਸੁਣਦੇ ਆ। ਜਿਹੜੇ ਲੋਕ ਵਿਰੋਧ ਕਰਨ ਵਾਲੇ ਆ, ਅਸੀਂ ਤਾਂ ਉਹਨਾਂ ਨੂੰ ਵੀ ਦੇਖਿਆ ਹੈ ਕਿ ਉਹਨਾਂ ਦੀਆਂ ਕਾਰਾਂ ਦੇ ਵਿੱਚ ਵੀ ਚਮਕੀਲੇ ਦੇ ਗੀਤ ਵੱਜਦੇ ਸੁਣੇ ਆ। ਚਾਹੇ ਚਮਕੀਲੇ ਦੇ ਗੀਤ ਬੱਕਰੀਆਂ ਚਾਰਨ ਵਾਲਿਆਂ ਦੇ ਕੋਲੋਂ ਤੇਵਰ ਕਾਟਾਂ ਚੱਕੀਆਂ ਹੁੰਦੀਆਂ ਸੀ ਉਹਦੇ ਵਿੱਚ, ਜਾਂ ਫਿਰ ਉਸ ਤੋਂ ਬਾਅਦ ਅੱਜ ਮੋਬਾਈਲ ਆ ਗਿਆ, ਅੱਜ ਵੀ ਕੋਈ ਚਰਵਾਹਾ ਜਿਹੜਾ ਆ ਕਦੇ ਖੇਤਾਂ ਬੰਨਿਆਂ ਤੇ ਬੱਕਰੀਆਂ ਚਾਰਦਾ ਮਿਲ ਜਾਵੇ ਤਾਂ ਉਹਦੇ ਗੀਤ ਜਿਹੜੇ ਨੇ ਅੱਜ ਵੀ ਸੁਣਨ ਨੂੰ ਮਿਲ ਜਾਂਦੇ ਨੇ। ਟਰੈਕਟਰਾਂ ਦੇ ਉੱਤੇ ਹਾਲੀਆਂ ਪਾਲੀਆਂ ਨੇ ਗੀਤ ਵਜਾਏ, ਵੱਡੀਆਂ ਗੱਡੀਆਂ ਵਿੱਚ ਅਫਸਰਾਂ ਤੱਕ ਨੇ ਗੀਤ ਵਜਾਏ, ਤੇ ਜਿਹੜੇ ਲੋਕ ਚਮਕੀਲੇ ਦਾ ਵਿਰੋਧ ਕਰਦੇ ਸੀ ਉਹ ਵੀ ਚੋਰੀਓਂ ਉਸ ਦੀ ਗਾਇਕੀ ਦਾ ਆਨੰਦ ਮਾਣਦੇ ਰਹੇ ਨੇ। ਚਮਕੀਲੇ ਦੇ ਗੀਤਾਂ ਦੀਆਂ ਤਰਜ਼ਾਂ ਅੱਜ ਵੀ ਨਵੇਂ ਗੀਤਾਂ ਦੇ ਵਿੱਚ ਸੁਣੀਆਂ ਜਾਂਦੀਆਂ ਨੇ, ਤੇ ਪੰਜਾਬ ਦੇ ਕਈ ਚੋਟੀ ਦੇ ਗਾਇਕ ਚਮਕੀਲੇ ਦੇ ਗਾਣੇ ਦੀਆਂ ਤਰਜ਼ਾਂ ਦੇ ਉੱਤੇ ਆਪ ਗੀਤ ਗਾ ਕੇ ਹੀ ਉਹ ਚਰਚਿਤ ਹੋਏ ਨੇ, ਪ੍ਰਸਿੱਧ ਹੋਏ ਨੇ। ਔਰ ਸ਼ਾਇਦ ਚਮਕੀਲਾ ਹੀ ਅਜਿਹਾ ਗਾਇਕ ਹੈ ਜਿਸ ਦੇ ਉੱਤੇ ਕਈ ਵਿਦਿਆਰਥੀ PhD ਵੀ ਕਰ ਚੁੱਕੇ ਨੇ, ਕਿਉਂਕਿ ਉਹਨਾਂ ਵਿਦਿਆਰਥੀਆਂ ਦਾ ਕਹਿਣਾ ਸੀ, PhD ਕਰਨ ਵਾਲਿਆਂ ਦਾ, ਕਿ ਚਮਕੀਲੇ ਦੀ ਗੀਤਕਾਰੀ ਦੇ ਵਿੱਚ ਕਈ ਸ਼ਬਦ ਅਜਿਹੇ ਸੀ ਜੋ ਕਿਸੇ ਕੋਸ਼ ਦੇ ਵਿੱਚ ਸ਼ਾਮਲ ਨਹੀਂ ਸੀਗੇ, ਪਰ ਉਹਨੇ ਜਿਹੜੇ ਸ਼ਬਦ ਵਰਤੇ ਆ ਇਸ ਤੋਂ ਪਹਿਲਾਂ ਉਹ ਵਰਤੇ ਨਹੀਂ ਸੀ ਗਏ। ਵਾਕਿਆ ਹੀ ਉਹ ਕਈ ਸ਼ਬਦਾਂ ਦਾ ਵੀ ਘਾੜਾ ਸੀ ਜਿਹੜੇ ਸਿਰਫ ਉਹਦੇ ਵਿੱਚ ਹੀ ਇਹ ਸਿਨਫ ਸੀ, ਉਹਦੇ ਵਿੱਚ ਹੀ ਇਸ ਕਲਾ ਦਾ ਜਾਦੂ ਸੀ। ਇੰਨੇ ਦਿਨੀ ਅਮਰ ਸਿੰਘ ਚਮਕੀਲਾ ਅਤੇ ਉਹਨਾਂ ਦੀ ਪਤਨੀ ਅਮਰਜੋਤ ਕੌਰ ਦੇ ਜੀਵਨ 'ਤੇ 2 ਫਿਲਮਾਂ ਵੀ ਬਣ ਗਈਆਂ ਨੇ। ਇੱਕ ਫਿਲਮ ਜੋੜੀ 6 ਮਈ ਨੂੰ ਭਾਰਤ ਵਿੱਚ ਰਿਲੀਜ਼ ਹੋਈ। ਇਸ ਫਿਲਮ ਦੀ ਕਹਾਣੀ ਨੇ ਹਰ ਕਿਸੇ ਨੂੰ ਕਾਫੀ ਪ੍ਰਭਾਵਿਤ ਕੀਤਾ, ਤੇ ਹੁਣ ਫਿਲਮ ਵੇਖ ਕੇ ਆਏ ਲੋਕ ਜੋੜੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ। ਹਾਲ ਹੀ ਵਿੱਚ ਬਿਲਬੋਰਡ ਵੱਲੋਂ ਵੀ ਫਿਲਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇੱਕ ਫਿਲਮ ਬਾਲੀਵੁੱਡ 'ਚ ਬਣ ਰਹੀ ਹੈ ਜਿਸ ਨੂੰ ਨਿਰਦੇਸ਼ਕ ਇਮਤਿਆਜ਼ ਅਲੀ ਬਣਾ ਰਹੇ ਨੇ, ਤੇ ਇਸ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਤੇ ਬਾਲੀਵੁੱਡ ਅਦਾਕਾਰਾ ਪ੍ਰਨੀਤੀ ਚੋਪੜਾ ਨਜ਼ਰ ਆਉਣਗੇ। ਇਹ ਫਿਲਮ ਰਿਲਾਇੰਸ ਇੰਡਸਟਰੀ ਦੇ ਬੈਨਰ ਹੇਠ ਬਣ ਰਹੀ ਹੈ। ਕਾਬਲੇ ਗੌਰ ਹੈ ਕਿ ਚਮਕੀਲਾ ਫਿਲਮ ਇਸੇ ਸਾਲ ਹੀ ਰਿਲੀਜ਼ ਹੋ ਸਕਦੀ ਹੈ। ਜਦੋਂ ਤੋਂ ਇਸ ਫਿਲਮ ਦਾ ਐਲਾਨ ਹੋਇਆ ਹੈ, ਦਲਜੀਤ ਉਦੋਂ ਤੋਂ ਹੀ ਲਗਾਤਾਰ ਲਾਈਮਲਾਈਟ ਬਣੇ ਹੋਏ ਨੇ। ਇਸ ਫਿਲਮ ਵਿੱਚ ਪ੍ਰਨੀਤੀ ਚੋਪੜਾ ਚਮਕੀਲਾ ਦੀ ਦੂਜੀ ਪਤਨੀ ਅਮਰਜੋਤ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ। ਅੰਤ ਵਿੱਚ ਕਹਿ ਸਕਦੇ ਹਾਂ, ਵਿਰੋਧ ਕਰਨ ਵਾਲੇ ਜਾਂ ਆਲੋਚਨਾ ਕਰਨ ਵਾਲੇ ਅੱਜ ਵੀ ਚਮਕੀਲੇ ਬਾਰੇ ਜੋ ਮਰਜ਼ੀ ਕਹੇ ਜਾਣ, ਪਰ ਜੋ ਮੁਹੱਬਤ, ਜੋ ਪਿਆਰ ਅਮਰਜੋਤ ਤੇ ਚਮਕੀਲੇ ਦੀ ਜੋੜੀ ਨੇ ਹਾਸਲ ਕੀਤੀ ਹੈ ਉਹ ਬਹੁਤ ਘੱਟ ਗਾਇਕਾਂ ਦੇ ਹਿੱਸੇ ਆਈ ਹੈ। ਬੇਸ਼ੱਕ ਅੱਜ ਉਹ ਇਸ ਦੁਨੀਆ ਵਿੱਚ ਨਹੀਂ, ਪਰ ਉਹਨਾਂ ਦੇ ਗੀਤ ਹਮੇਸ਼ਾ ਹੀ ਵੱਜਦੇ ਰਹਿਣਗੇ, ਗੂੰਜਦੇ ਰਹਿਣਗੇ, ਲੋਕ ਪਸੰਦ ਕਰਦੇ ਰਹਿਣਗੇ, ਸੁਣਦੇ ਰਹਿਣਗੇ, ਸਪੀਕਰਾਂ 'ਚ ਵੱਜਦੇ ਰਹਿਣਗੇ, ਘਰਾਂ 'ਚ ਵੱਜਦੇ ਰਹਿਣਗੇ, ਔਰ ਉਸੇ ਤਰ੍ਹਾਂ ਹੀ ਮੋਟਰਾਂ ਦੇ ਉੱਤੇ, ਟਰੱਕਾਂ ਦੇ ਵਿੱਚ, ਕਾਰਾਂ ਦੇ ਵਿੱਚ ਉਸ ਦੇ ਗੀਤ ਵੱਜਦੇ ਰਹਿਣਗੇ। ਅੱਜ ਵੀ ਜਦੋਂ ਕਿਤੇ ਉਸ ਦਾ ਗੀਤ ਵੱਜਦਾ ਹੋਵੇ ਤੇ ਰੂਹ ਨੂੰ ਖੇੜਾ ਆ ਜਾਂਦਾ ਹੈ ਤੇ ਉਹ ਯੁੱਗ ਚੇਤੇ ਆ ਜਾਂਦਾ ਆ। ਸੋ ਕਹਿ ਸਕਦੇ ਹਾਂ, ਅਮਰ ਸਿੰਘ ਚਮਕੀਲਾ ਬੇਸ਼ੱਕ ਅੱਜ ਸਾਡੇ ਵਿੱਚ ਨਹੀਂ, ਪਰ ਉਹ ਆਪਣੀ ਗਾਇਕੀ ਤੇ ਆਪਣੀ ਖੂਬਸੂਰਤ ਗੀਤਾਂ ਦੀ ਵਜ੍ਹਾ ਕਰਕੇ ਆਪਣੇ ਨਾਂ ਵਾਂਗੂ ਹਮੇਸ਼ਾ ਚਮਕਦਾ ਰਹੇਗਾ।